ਧੰਨ ਵਾਹਿਗੁਰੂ ਜੀਓ। ਗੌੜੀ ਬਾਹਰਵਾ ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। या माया के डांडे, सूर के सन्मुख रन ते डर पै। सती के सांचै भांडे, डगमग छाड़ रे मन बौरा। अब तो जरे मरे सिद्ध पाइए, लीनो हाथ संदौरा रहा। काम क्रोध माया के लीने, या विद जगत बिगुता। कह कबीर राजा राम न छुडो, सगल ऊच ते ऊंचा। काम क्रोध माया के लीने, या विद जगत बिगुता। कह कबीर राजा राम न छुडो, सगल ऊच ते ऊंचा। वाहिगुरु जी का खालसा, वाहिगुरु जी की फतेह। दीन दुनी दे मालक सतगुरु धन धन गुरु ग्रंथ साहिब महाराज जी दे पावन दरबार दियाँ हाजरियां भर रही गुरु सवारी साध संगत जीओ। अकाल पुरख वाहिगुरु जी ने अपार बख्शिश किरपा की है। सतगुरां दी मुबारक गोद विच सज के बड़े प्रेम सत्कार नाल आप जी ने गुरबाणी दे पाठ अते कीर्तन दा लाहा प्राप्त किया है। उपरंत आप जी ने भगत कबीर जी का उचारण किया होया पावन शब्द पाठ के रूप विच हुणे ही सरवण किया है। धन गुरु ग्रंथ साहिब महाराज के अंक नंबर 338 उपर भगत कबीर जी का यह पावन शब्द सुभायमान है, जिसका सिरलेख है गौड़ी। भाव राग गौड़ी विच ये शब्द है ਅਤੇ ਇਸ ਦੇ ਨਾਲ 12 ਹਿੰਦਸਾ ਦਰਜ ਹੈ, ਜਿਸ ਦਾ ਅਰਥ ਹੈ ਇਸ ਨੂੰ 12ਵੇਂ ਘਰ ਵਿੱਚ ਗਾਇਆ ਜਾਣਾ ਹੈ। ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਗਤ ਜੀ ਮਹਾਰਾਜ ਨੇ ਸ਼ਬਦ ਵਰਤਿਆ ਹੈ ਡਗਮਗ ਛਾੜ ਰੇ ਮਨ ਬੌਰਾ। ਸ਼ਬਦ ਨੂੰ ਸਮੁੱਚੇ ਰੂਪ ਵਿੱਚ ਪੜ੍ਹਨ ਉਪਰੰਤ ਅਤੇ ਇਸ ਦੇ ਅਰਥਾਂ ਦੀ ਵਿਚਾਰ ਕਰਨ ਉਪਰੰਤ ਇਸ ਗੱਲ ਨੂੰ ਸੁਖਲਿਆ ਹੀ ਸਮਝਿਆ ਜਾ ਸਕਦਾ ਹੈ। ਇੱਕ ਮਾਰਗ ਹੈ ਜਿੱਥੇ ਪਰਮੇਸ਼ਰ ਦੇ ਪ੍ਰੇਮ ਵਿੱਚ, ਵਾਹਿਗੁਰੂ ਦੇ ਨਾਮ ਵਿੱਚ ਜੀਵ ਦੇ ਮਨ ਦੀ ਰਸਾਈ ਹੋ ਜਾਂਦੀ ਹੈ, ਇੱਕ ਸੁਰਤਾ ਪ੍ਰਾਪਤ ਹੁੰਦੀ ਹੈ। ਮਨੁੱਖ ਨੂੰ ਲਗਨ ਲੱਗ ਜਾਂਦੀ ਹੈ ਵਾਹਿਗੁਰੂ ਦੇ ਨਾਮ ਦੀ, ਉਸ ਦੇ ਉਪਦੇਸ਼ ਦੀ, ਉਸ ਦੇ ਗੁਣਾਂ ਦੀ। ਮਨ ਔਰ ਅੰਤਰ ਆਤਮਾ ਪਾਕ ਅਤੇ ਸਾਫ਼ ਹੋ ਜਾਂਦੇ ਹਨ, ਅੰਦਰ ਦੀ ਵਾਸ਼ਨਾ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦਾ ਆਪੋਜਿਟ ਮਾਰਗ ਹੈ। ਮਨ ਅੰਦਰ ਵਿਸ਼ੇ ਵਿਕਾਰਾਂ ਦਾ ਭਰਪੂਰ ਜ਼ੋਰ ਹੈ।
ਮਨੁੱਖ ਦਾ ਮਨ ਬੁਰੀ ਤਰ੍ਹਾਂ ਨਾਲ ਵਿਕਾਰਾਂ ਵਿੱਚ ਗ੍ਰਸਤ ਹੈ। ਮਨੁੱਖ ਦਾ ਵਿਹਾਰ, ਮਨੁੱਖ ਦਾ ਕਰਮ ਵਿਕਾਰਾਂ ਦੀ ਮੈਲ ਦੇ ਨਾਲ ਲਿਪਤ ਹੈ ਔਰ ਹਰ ਵੇਲੇ ਦੌੜ, ਹਰ ਵੇਲੇ ਇੱਕ ਕੋਸ਼ਿਸ਼ ਰਹਿੰਦੀ ਹੈ ਵੱਧ ਤੋਂ ਵੱਧ ਵਿਕਾਰਾਂ ਨੂੰ ਮਾਨਣ ਦੀ। ਇਹ ਦੋ ਅਲੱਗ-ਅਲੱਗ ਰਸਤੇ ਹਨ। ਜਿੱਥੇ ਵਿਕਾਰਾਂ ਦਾ ਇੰਨਾ ਸ਼ੋਰ ਔਰ ਪ੍ਰਭਾਵ ਹੈ, ਉੱਥੇ ਪਰਮੇਸ਼ਰ ਦੇ ਨਾਮ ਦੀ ਰਸਾਈ ਤੇ ਆਨੰਦ ਨਹੀਂ ਹੈ। ਜਿੱਥੇ ਪਰਮੇਸ਼ਰ ਦੇ ਨਾਮ ਅਤੇ ਗੁਣਾਂ ਦਾ ਅਨੁਭਵ ਹੈ, ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਹਰ ਵੇਲੇ ਮਨ ਵਿੱਚ ਹੈ, ਉਸ ਗੁਣਾਂ ਦੇ ਪ੍ਰਭਾਵ ਸਦਕਾ ਮਨ ਵਿੱਚ ਵਿਕਾਰਾਂ ਦਾ ਕੋਈ ਜ਼ੋਰ, ਸ਼ੋਰ ਸ਼ਰਾਬਾ ਨਹੀਂ ਤੇ ਖਿੱਚ ਨਹੀਂ। ਪਰ ਭਗਤ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ ਮਨ ਦੀ ਇੱਕ ਐਸੀ ਦਸ਼ਾ ਨੂੰ ਬਿਆਨ ਕੀਤਾ ਹੈ ਜਿੱਥੇ ਕਾਫੀ ਸਮਾਂ ਮਨ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਥੱਲੇ ਰਹਿਣ ਤੋਂ ਬਾਅਦ ਜਦੋਂ ਪਰਮੇਸ਼ਰ ਦੇ ਨਾਮ ਦੀ ਲਗਨ ਵੱਲ ਪਰਤਦਾ ਹੈ, ਉਸ ਨੂੰ ਹੌਲੀ-ਹੌਲੀ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗਦਾ ਹੈ। ਅਕਾਲ ਪੁਰਖ ਦੇ ਗੁਣਾਂ ਦੀ ਸੋਝੀ ਪੈਂਦੀ ਹੈ। ਮਨ ਦੀ ਮੈਲ ਹੌਲੀ-ਹੌਲੀ ਉਤਰਨੀ ਸ਼ੁਰੂ ਹੁੰਦੀ ਹੈ। ਮਨ ਅੰਦਰ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ, ਪ੍ਰਭਾਵ ਪਾਉਣ ਲੱਗਦਾ ਹੈ ਤੇ ਹੌਲੀ-ਹੌਲੀ ਉਸ ਨੂੰ ਵਾਹਿਗੁਰੂ ਦੀ ਇਬਾਦਤ ਦਾ ਰਸ ਤੇ ਰੰਗਤ ਚੜ੍ਹਨੀ ਸ਼ੁਰੂ ਹੋ ਜਾਂਦੀ। ਪਰ ਕਿਉਂਕਿ ਜਿੰਨਾ ਸਮਾਂ ਉਸਨੇ ਪਹਿਲਾਂ ਵਿਕਾਰਾਂ ਦੇ ਪ੍ਰਭਾਵ ਵਿੱਚ ਬਤੀਤ ਕੀਤਾ ਹੈ, ਕਦੇ-ਕਦੇ ਉਹ ਵੀ ਖਿੱਚ ਪਾਉਂਦਾ ਹੈ, ਕਦੇ-ਕਦੇ ਅੰਦਰ ਦੀ ਲਗਨ ਉਸ ਪਾਸੇ ਨੂੰ ਵੀ ਜਾਂਦੀ ਹੈ। ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ, ਸਿਚੁਏਸ਼ਨ, ਮਾਹੌਲ ਬਣੇ, ਕੋਈ ਨਾ ਕੋਈ ਕਾਰਨ ਬਣ ਜਾਏ ਤੇ ਅੰਦਰ ਦੀ ਉਹ ਆਦਤ ਕਦੇ-ਕਦੇ ਸਿਰ ਚੁੱਕ ਖਲੋਂਦੀ ਹੈ। ਉਸ ਵੇਲੇ ਮਨ ਦਾ ਪੁਰਾਣਾ ਸੁਭਾਅ, ਪੁਰਾਣੇ ਸੰਸਕਾਰ ਥੋੜੇ-ਥੋੜੇ ਕਦੇ-ਕਦੇ ਜਾਗਦੇ ਨੇ। ਅੰਦਰ ਪੁਰਾਣੀ ਆਦਤ ਦੇ ਸਿਰ ਚੁੱਕਣ ਦੇ ਨਾਲ ਉਸ ਪਾਸੇ ਦੀ ਖਿੱਚ ਵੀ ਪੈਂਦੀ ਹੈ, ਪਰ ਦੂਜੇ ਪਾਸੇ ਹੁਣ ਸੰਬੰਧ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ ਕਰਕੇ ਮਨੁੱਖ ਇਸ ਪਾਸੇ ਤੋਂ ਵੀ ਹਿੱਲਣਾ ਨਹੀਂ ਚਾਹੁੰਦਾ, ਮਨ ਇਸ ਪਾਸੇ ਨੂੰ ਛੱਡਣਾ ਨਹੀਂ ਚਾਹੁੰਦਾ। ਮਨ ਅੰਦਰ ਫਿਰ ਕਸ਼ਮਕਸ਼ ਥੋੜੀ-ਥੋੜੀ ਚੱਲਦੀ ਹੈ। ਦੋ ਵਿਰੋਧੀ ਖਿਆਲਾਂ ਦੇ ਵਿਚਕਾਰ ਇੱਕ ਤਰ੍ਹਾਂ ਦਾ ਸੰਘਰਸ਼ ਤੇ ਸਟਰਗਲ ਹੁੰਦਾ ਹੈ। ਉਸ ਨੂੰ ਡਿੱਕੋ ਡੋਲੇ ਖਾਣ ਵਾਲੀ ਅਵਸਥਾ ਆਪਾਂ ਕਹਿ ਸਕਦੇ ਹਾਂ। ਡਗਮਗ ਸ਼ਬਦ ਭਗਤ ਕਬੀਰ ਜੀ ਨੇ ਇੱਥੇ ਵਰਤਿਆ। ਕਦੇ-ਕਦੇ ਮਨ ਅੰਦਰ ਉਹ ਮਾਇਆ ਦੀ ਲਹਿਰ ਉੱਠਦੀ ਹੈ। ਵਿਕਾਰਾਂ ਦਾ ਕਮਾਇਆ ਹੋਇਆ ਪਹਿਲਾ ਸੁਭਾਅ ਜਿਸ ਨੂੰ ਹੁਣ ਛੱਡਿਆ ਜਾ ਰਿਹਾ ਹੌਲੀ-ਹੌਲੀ, ਕਦੇ-ਕਦੇ ਉਹ ਮਾਹੌਲ ਤੇ ਸਿਚੁਏਸ਼ਨ ਜਦੋਂ ਬਣ ਜਾਏ ਇਹੋ ਜੀ ਤੇ ਅੰਦਰ ਸਿਰ ਚੁੱਕਦੇ ਹਨ। ਪਰ ਹੁਣ ਕਿਉਂਕਿ ਸਾਂਝ ਪਰਮੇਸ਼ਰ ਦੇ ਗੁਣਾਂ ਵੱਲ ਵੀ ਹੈ, ਸਤ ਸੰਗਤ ਦਾ ਪ੍ਰਭਾਵ ਵੀ ਮਨ ਉੱਤੇ ਪੈ ਰਿਹਾ ਹੈ, ਮਨ ਆਪਣੀ ਪੁਰਾਣੀ ਆਦਤ ਨੂੰ ਛੱਡ ਰਿਹਾ ਹੈ ਤੇ ਫਿਰ ਮਨ ਦੇ ਅੰਦਰ ਦੂਜੇ ਕਿਸਮ ਦਾ ਪ੍ਰਭਾਵ ਵੱਧ ਜਾਂਦਾ ਹੈ ਵੀ ਨਹੀਂ, ਇਹ ਮਾਰਗ ਗਲਤ ਹੈ, ਇਸ ਨੂੰ ਤਾਂ ਆਪਾਂ ਛੱਡਣ ਲਈ ਯਤਨ ਕਰ ਰਹੇ ਹਾਂ ਤੇ ਇਸ ਪਾਸੇ ਹੁਣ ਕਿਉਂ ਤੁਰਨਾ ਹੋਇਆ। ਮਨ ਦੀ ਜਦੋਂ ਡਾਵਾਂਡੋਲ ਅਵਸਥਾ ਬਣਦੀ ਹੈ, ਉੱਥੇ ਜ਼ਰੂਰਤ ਪੈਂਦੀ ਹੈ ਮਨ ਦੀ ਕਾਉਂਸਲਿੰਗ ਕਰਨ ਦੀ, ਮਨ ਨੂੰ ਸਮਝਾਉਣ ਦੀ, ਮਨ ਨੂੰ ਜਗਾਉਣ ਦੀ, ਮਨ ਦੀ ਚੰਗੇ ਪਾਸੇ ਦੀ ਤਾਕਤ ਨੂੰ ਵਧਾਉਣ ਦੀ। ਇਹ ਮਨ ਦੀ ਜਿਹੜੀ ਡਾਵਾਂਡੋਲ ਅਵਸਥਾ ਹੈ, ਇੱਕ ਜਗ੍ਹਾ ਦੇ ਉੱਤੇ ਆ ਕੇ ਉਹ ਦੋਨਾਂ ਵਿਚਾਰਾਂ ਦੇ ਵਿਚਕਾਰ ਖੜਾ ਹੁੰਦਾ ਹੈ। ਜਿਸ ਪਾਸੇ ਦਾ ਪ੍ਰਭਾਵ ਪੈ ਗਿਆ ਉਸ ਪਾਸੇ ਨੂੰ ਤੁਰ ਪਏ। ਬਸ ਸਮਝੋ ਵੀ ਇੱਕ ਕਦਮ ਦਾ ਫਾਸਲਾ ਹੈ, ਜਾਂ ਉਹ ਇੱਧਰ ਹੋਏਗਾ ਤੇ ਜਾਂ ਉਹ ਉੱਧਰ ਹੋਏਗਾ। ਭਗਤ ਕਬੀਰ ਜੀ ਮਹਾਰਾਜ ਮਨ ਦੀ ਉਸ ਅਵਸਥਾ ਨੂੰ ਸੰਬੋਧਨ ਹੁੰਦੇ ਨੇ, ਡਿੱਕੋ ਡੋਲੇ ਖਾਣ ਵਾਲੀ ਅਵਸਥਾ, ਉਹ ਡਾਵਾਂ ਡੋਲ ਅਵਸਥਾ ਜਿੱਥੇ ਅੰਦਰ ਭਟਕਣਾ ਸਿਰ ਚੁੱਕਦੀ ਹੈ ਤੇ ਯਤਨ ਹੋ ਜਾਂਦਾ ਹੈ ਵੀ ਸ਼ਾਇਦ ਕਿਤੇ ਐਸੀ ਵਜ੍ਹਾ ਨਾ ਬਣ ਜਾਏ ਕਿ ਬੰਦਾ ਥਿੜਕ ਜਾਏ। ਆਪਾਂ ਵੇਖਿਆ ਇਤਿਹਾਸ ਨੂੰ ਪੜ੍ਹਦੇ ਹਾਂ, ਸਾਖੀਆਂ ਨੂੰ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਇਹਨਾਂ ਗੱਲਾਂ ਨੂੰ ਬਾਖੂਬੀ ਸਤਿਗੁਰੂ ਨੇ ਬੜੀ ਡੂੰਘਾਈ ਦੇ ਨਾਲ ਬਿਆਨਿਆ।
ਕਈ ਵਾਰ ਆਪਾਂ ਵੇਖਦੇ ਹਾਂ ਵੀ ਕੋਈ ਮਨੁੱਖ ਨੇਕ ਰਾਹ ਤੇ ਤੁਰਦਾ ਤੁਰਦਾ ਉਹ ਸਹੀ ਕਾਰਜ ਕਰ ਰਿਹਾ ਹੈ, ਸਹੀ ਰਾਹ ਤੇ ਤੁਰ ਰਿਹਾ ਹੈ, ਸਾਨੂੰ ਦਿਸ ਰਿਹਾ ਵੀ ਬੰਦਾ ਠੀਕ ਹੈ। ਅਚਾਨਕ ਉਹ ਥਿੜਕ ਜਾਂਦਾ ਹੈ, ਭੁੱਲਾਂ ਕਰਦਾ ਹੈ, ਗੁਨਾਹੇ ਅਮਲ ਕਮਾਉਂਦਾ ਹੈ। ਸਾਨੂੰ ਇਹ ਹੈਰਾਨੀ ਹੁੰਦੀ ਵੀ ਇਹ ਕਿਵੇਂ ਹੋ ਸਕਦਾ ਹੈ। ਕੁਝ ਯਕੀਨ ਕਰਨਗੇ, ਕੁਝ ਨਹੀਂ ਕਰਨਗੇ, ਪਰ ਸਵਾਲ ਇਹ ਰਹੇਗਾ ਸਾਡੇ ਸਾਹਮਣੇ ਕਿ ਇਹ ਬਣਿਆ ਕੀ, ਇਸ ਤਰ੍ਹਾਂ ਹੋਇਆ ਕਿਉਂ? ਬੰਦਾ ਇੰਨਾ ਧਰਮ ਕਰਮ ਕਰਨ ਵਾਲਾ, ਇੰਨਾ ਚੰਗੇ ਸੁਭਾਅ ਦਾ, ਇੰਨੇ ਚੰਗੇ ਰਾਹ ਤੇ ਤੁਰਨ ਦਾ ਅਭਿਆਸ ਕਰਨ ਵਾਲਾ ਬੰਦਾ ਥਿੜਕ ਕਿਉਂ ਗਿਆ? ਕਿਉਂਕਿ ਕਿਤੇ ਨਾ ਕਿਤੇ ਮਾਰਗ ਹੈ, ਸਿੱਧ ਪੱਧਰੇ ਮਾਰਗ ਦੇ ਉੱਤੇ ਵੀ ਕਿਤੇ ਟੋਆ ਟਿੱਬਾ ਆ ਸਕਦਾ ਹੈ, ਕਿਤੇ ਰੋੜਾ ਪੈਰ ਦੀ ਅਟਕਣ ਬਣ ਸਕਦਾ ਹੈ, ਕਿਤੇ ਤਿਲਕਣਬਾਜ਼ੀ ਆ ਸਕਦੀ ਹੈ, ਜਿੱਥੇ ਸੰਭਲਣਾ ਮਨ ਅੰਦਰ ਸ਼ਾਇਦ ਕੋਈ ਪੁਰਾਣੀ ਚੀਜ਼ ਦਾ ਪ੍ਰਭਾਵ ਪੈ ਗਿਆ ਤੇ ਮਨੁੱਖ ਗੁੰਮਰਾਹ ਹੋ ਗਿਆ। ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ, ਕਿਉਂਕਿ ਅਜੇ ਪ੍ਰੌੜ ਅਵਸਥਾ ਨਹੀਂ ਆਈ, ਕਿਉਂਕਿ ਸੁਰਤ ਅਜੇ ਪੂਰੀ ਤਰ੍ਹਾਂ ਦੇ ਨਾਲ ਪਾਕ ਤੇ ਸਾਫ਼ ਨਹੀਂ ਹੋਏ, ਜੇ ਪੁਰਾਣੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਜ਼ੋਰ ਤੇ ਸ਼ੋਰ ਅੰਦਰ ਹੈ। ਆਪਾਂ ਇਹ ਵੀ ਵੇਖਦੇ ਹਾਂ ਦੂਜਾ ਪਹਿਲੂ, ਜਿਸ ਮਨੁੱਖ ਤੋਂ ਉਮੀਦ ਨਹੀਂ ਕੀਤੀ ਜਾਂਦੀ ਇਹ ਵੀ ਕੋਈ ਚੰਗਾ ਕੰਮ ਕਰੇਗਾ, ਜਿਸ ਦਾ ਮਨ ਵੀ ਮੈਲਾ ਹੈ, ਵਿਹਾਰ ਵੀ ਮੈਲਾ ਹੈ, ਅਚਾਨਕ ਉਹ ਮਨੁੱਖ ਇੰਨਾ ਤਬਦੀਲ ਹੋ ਜਾਂਦਾ ਹੈ ਕਿ ਹਰ ਇੱਕ ਮਨੁੱਖ ਨੂੰ ਅਚੰਭਾ ਹੁੰਦਾ ਹੈ, ਹੈਰਾਨੀ ਹੁੰਦੀ ਹੈ ਕਿ ਇਹ ਬੰਦਾ ਇੰਨਾ ਕਿਵੇਂ ਚੰਗਾ ਬਣ ਗਿਆ। ਉਮੀਦ ਨਹੀਂ ਸੀ, ਆਸ ਨਹੀਂ ਸੀ ਇਹ ਬੰਦਾ ਇੱਥੋਂ ਤੱਕ ਪਹੁੰਚੇਗਾ, ਕਿਉਂਕਿ ਇਹਦਾ ਤੇ ਕਰਮ ਹੀ ਇੰਨਾ ਨਖਿੱਧ ਸੀ, ਇਹਦੇ ਮਨ ਦੀ ਦਸ਼ਾ ਹੀ ਇੰਨੀ ਕਮਜ਼ੋਰ ਅਤੇ ਮਾੜੀ ਸੀ। ਉੱਥੇ ਵੀ ਦੂਜੇ ਮਨੁੱਖ ਵਰਗੀ ਗੱਲ ਹੀ ਕਿਤੇ ਵਾਪਰੀ ਹੈ। ਅੰਦਰ ਦਾ ਕੋਈ ਸੰਸਕਾਰ ਸਿਰ ਚੁੱਕ ਖਲੋਤਾ ਹੈ, ਅੰਦਰ ਕੋਈ ਖਿਆਲ ਵਸ ਗਿਆ, ਮਨ ਨੇ ਕਿਸੇ ਚੰਗੇ ਵਿਚਾਰ ਉੱਤੇ ਪਕੜ ਬਣਾ ਲਈ ਹੈ ਤੇ ਮਨੁੱਖ ਦੇ ਜੀਵਨ ਦੀ ਕਾਇਆ ਪਲਟ ਗਈ। ਸਤਿਗੁਰੂ ਨੇ ਇਹਨਾਂ ਦੋਵਾਂ ਮਾਰਗਾਂ ਦੀ ਬਾਣੀ ਦੇ ਵਿੱਚ ਗੱਲ ਕੀਤੀ ਹੈ। ਸਾਹਿਬ ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਜਿਹੜਾ ਹੈ, ਮਨ ਦੀ ਉਸ ਅਵਸਥਾ ਨੂੰ ਸੰਬੋਧਨ ਹੁੰਦਾ ਹੈ ਜਿੱਥੇ ਜੀਵ ਦੋਨਾਂ ਤਰ੍ਹਾਂ ਦੇ ਵਿਚਾਰਾਂ ਦੀ ਕਸ਼ਮਕਸ਼ ਵਿੱਚ ਫਸਿਆ ਹੋਇਆ। ਉੱਥੇ ਫਿਰ ਸਮਝਾਉਣ ਦੀ ਲੋੜ ਪਈ, ਸਲਾਹ ਦੇਣ ਦੀ ਲੋੜ ਪਈ, ਮਨ ਨੂੰ ਸੰਬੋਧਨ ਹੋ ਕੇ ਇਸ ਕਸ਼ਮਕਸ਼ ਵਿੱਚੋਂ, ਇਸ ਉਲਝਣ ਵਿੱਚੋਂ, ਇਸ ਦੁਬਿਧਾ ਕਨਫਿਊਜ਼ਨ ਵਿੱਚੋਂ ਨਿਕਲਣ ਦੀ, ਸਲਾਹ ਦੇਣ ਦੀ, ਮਸ਼ਵਰਾ ਦੇਣ ਦੀ ਲੋੜ ਮਹਿਸੂਸ ਹੋਈ। ਤੇ ਭਗਤ ਕਬੀਰ ਜੀ ਮਹਾਰਾਜ ਨੇ ਆਖਿਆ, ਝੱਲੇ ਮਨ ਇਹ ਜੱਕੋ ਤੱਕੇ ਛੱਡ, ਇਹ ਡਾਵਾਂ ਡੋਲ ਦੀ ਅਵਸਥਾ ਤਿਆਗ, ਇੱਧਰ ਉੱਧਰ ਥਾਂ ਥਾਂ ਤੇ ਭਟਕਣ ਵਾਲੀ ਗੱਲ, ਜਮਾ ਘਟਾਓ ਕਰਨ ਵਾਲਾ ਸੁਭਾਅ ਤਿਆਗ ਦੇ। ਡਗ ਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਆ, ਲੀਨੋ ਹਾਥ ਸਿੰਧੌਰਾ। ਉਦਾਹਰਣ ਕੀ ਦਿੱਤੀ? ਭਾਰਤ ਵਿੱਚ ਇੱਕ ਰਸਮ ਬੜੀ ਪ੍ਰਚਲਿਤ ਰਹੀ ਹੈ, ਉਹਨੂੰ ਸਤੀ ਦੀ ਰਸਮ ਕਹਿੰਦੇ ਸਨ। ਇਹ ਰਾਜਪੂਤਾਨੇ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਇਹ ਰਸਮ ਜਿਹੜੀ ਹੈ, ਕਿਉਂਕਿ ਭਾਰਤੀ ਸਮਾਜ ਸਦੀਆਂ ਤੋਂ ਵਰਨਾ ਅਤੇ ਜਾਤਾਂ ਵਿੱਚ ਵੰਡਿਆ ਹੋਇਆ ਸਮਾਜ, ਔਰ ਇਹ ਰਸਮ ਜਿਹੜੀ ਹੈ ਆਮ ਤੌਰ ਦੇ ਉੱਤੇ ਬਹੁਤ ਉੱਚੀਆਂ ਜਾਤਾਂ ਵਿੱਚ ਪ੍ਰਚਲਿਤ ਰਹੀ ਹੈ। ਪਰ ਸਭ ਤੋਂ ਵਧੇਰੇ ਖੱਤਰੀਆਂ ਦੇ ਵਿੱਚ, ਜਿਨ੍ਹਾਂ ਨੂੰ ਛਤਰੀ ਵਰਣ ਕਿਹਾ ਜਾਂਦਾ ਹੈ, ਉਹਦੇ ਅੱਗੇ ਜਿਹੜੇ ਕਲਟ ਨੇ ਵੱਖਰੇ ਵੱਖਰੇ, ਉਹਨਾਂ 'ਚ ਪ੍ਰਭਾਵੀ ਰਹੀ ਹੈ। ਇਹ ਘਟਨਾ ਇਉਂ ਸੀ, ਇਹ ਰਸਮ ਇਉਂ ਸੀ, ਕਿਸੇ ਔਰਤ ਦਾ ਪਤੀ ਚਲਾਣਾ ਕਰ ਜਾਏ ਤਾਂ ਉਸ ਔਰਤ ਨੂੰ, ਜੇ ਉਸ ਦੇ ਬੱਚੇ ਜਵਾਨ ਨਹੀਂ ਹਨ ਤੇ ਕਈ ਵਾਰ ਜਵਾਨ ਬੱਚਿਆਂ ਵਾਲੀ ਔਰਤ ਵੀ, ਉਹਦੇ ਉੱਤੇ ਵੀ ਇਹ ਰਸਮ ਲਾਗੂ ਕੀਤੀ ਜਾਂਦੀ ਸੀ। ਇਸ ਨੂੰ ਬੜਾ ਪਵਿੱਤਰ ਰਸਮ ਮੰਨਿਆ ਜਾਂਦਾ ਸੀ, ਪਰ ਰਸਮ ਹੈ ਅਸਲੀਅਤ ਵਿੱਚ ਇੱਕ ਕਾਤਲਾਨਾ। ਉਸ ਔਰਤ ਨੇ ਹਾਰ ਸ਼ਿੰਗਾਰ ਕਰਕੇ, ਸੁਹਾਗਣਾ ਵਾਲਾ ਉਹੋ ਜਿਹਾ ਜੋੜਾ ਪਹਿਰਾਵਾ ਪਹਿਨ ਕੇ ਤਿਆਰ ਹੋ ਜਾਣਾ ਹੁੰਦਾ ਸੀ।
ਜਿਸ ਵੇਲੇ ਪਤੀ ਦੀ ਚਿਖਾ ਨੂੰ ਅੱਗ ਲਾਈ ਜਾਣੀ ਸੀ, ਉਹਦਾ ਸਿਵਾ ਬਾਲਿਆ ਜਾਣਾ ਸੀ, ਇੱਕ ਨਾਰੀਅਲ ਉਹਦੇ ਹੱਥ ਵਿੱਚ ਦਿੱਤਾ ਜਾਂਦਾ ਸੀ ਜਿਸ ਉੱਤੇ ਸੰਧੂਰ ਲੱਗਾ ਹੁੰਦਾ, ਉਹਨੇ ਸੰਧੌਰਾ ਕਹਿੰਦੇ ਸਨ। ਜੇ ਤਾਂ ਉਹ ਆਪਣੇ ਆਪ ਉਸ ਨਾਰੀਅਲ ਨੂੰ ਆਪਣੇ ਹੱਥ ਵਿੱਚ ਲੈ ਲਏ ਤੇ ਇਸ ਦਾ ਮਤਲਬ ਇਹ ਮੰਨਿਆ ਜਾਂਦਾ ਸੀ ਵੀ ਇਹ ਖੁਦ ਬਖੁਦ ਰਾਜ਼ੀ ਹੈ ਆਪਣੇ ਪਤੀ ਦੀ ਚਿਖਾ ਵਿੱਚ ਸਤੀ ਬਣ ਕੇ ਸੜਨ ਵਾਸਤੇ। ਜੇ ਉਹ ਨਾ ਨੁਕਰ ਵੀ ਕਰਦੀ ਤੇ ਤਾਂ ਵੀ ਜ਼ਬਰਦਸਤੀ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਜਾਂਦਾ, ਕਿਉਂਕਿ ਜਿਨ੍ਹਾਂ ਜਿਨ੍ਹਾਂ ਘਰਾਣਿਆਂ ਵਿੱਚ ਇਹ ਰਸਮ ਕਰਨੀ ਹੁੰਦੀ ਸੀ ਉੱਥੇ ਲਾਜ਼ਮੀ ਸੀ। ਸ਼ਾਇਦ ਇਸੇ ਕਰਕੇ ਹੀ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਵਰਤ ਰੱਖਦੀਆਂ ਸਨ। ਇਹ ਮਰੇਗਾ ਤੇ ਮੈਨੂੰ ਤੇ ਨਾਲ ਮਰਨਾ ਹੀ ਪਏਗਾ, ਇਸ ਲਈ ਇਹਦੀ ਉਮਰ ਰੱਬ ਲੰਮੀ ਕਰੇ, ਕਿਉਂਕਿ ਮਰਦ ਔਰਤ ਵਾਸਤੇ ਵਰਤ ਨਹੀਂ ਸੀ ਰੱਖਦਾ ਤੇ ਨਾ ਹੀ ਪਤੀ ਜਿਹੜਾ ਉਹ ਪਤਨੀ ਦੀ ਚਿਖਾ ਵਿੱਚ ਸੜਦਾ ਸੀ। ਉਸ ਨੂੰ ਅਧਿਕਾਰ ਸੀ ਵੀ ਉਹ ਬਾਕੀ ਦੀ ਜ਼ਿੰਦਗੀ ਜਿਵੇਂ ਮਰਜ਼ੀ ਕੱਟ ਸਕਦਾ ਹੈ, ਪਰ ਔਰਤ ਨੂੰ ਅਧਿਕਾਰ ਨਹੀਂ। ਇਹ ਅਣਖ ਗੈਰਤ ਦੇ ਮਸਲੇ ਬਣਾਏ ਗਏ ਸਨ ਤੇ ਕਿਹਾ ਗਿਆ ਸੀ ਵੀ ਐਵੇਂ ਪਤੀ ਵੀ ਮੁਕਤ ਹੋ ਜਾਂਦਾ ਹੈ ਤੇ ਪਤਨੀ ਵੀ ਮੁਕਤ ਹੋ ਜਾਂਦੀ ਹੈ ਤੇ ਉਹਨਾਂ ਦਾ ਜਨਮਾਂ ਦਾ ਸਾਥ ਬਣ ਜਾਂਦਾ ਹੈ, ਉਹਦੇ ਗੁਨਾਹ ਤੇ ਪਾਪ ਦੋਨਾਂ ਦੇ ਹੀ ਕੱਟੇ ਜਾਂਦੇ ਨੇ। ਉਸ ਰਸਮ ਨੂੰ ਸੰਧੌਰਾ ਕਹਿੰਦੇ ਸਨ। ਉਹ ਜਿਹੜਾ ਹੱਥ ਵਿੱਚ ਨਾਰੀਅਲ ਸੰਧੂਰ ਦੇ ਨਾਲ ਲਿਬੜਿਆ ਹੋਇਆ ਉਹ ਔਰਤ ਆਪਣੇ ਹੱਥ ਵਿੱਚ ਲੈ ਲੈਂਦੀ, ਉਹਨੂੰ ਸੰਧੌਰਾ। ਤੇ ਜਦੋਂ ਉਹਨੇ ਸੰਧੌਰਾ ਹੱਥ ਵਿੱਚ ਫੜ ਲਿਆ, ਇਹਦਾ ਮਤਲਬ ਸੀ ਵੀ ਕਮਿਟਡ ਹੈ, ਇਸਨੇ ਪ੍ਰਣ ਕਰ ਲਿਆ, ਵਾਅਦਾ ਕਰ ਲਿਆ, ਇਹ ਹੁਣ ਜ਼ਰੂਰ ਸਤੀ ਹੋਏ। ਉਹਦੇ ਕੋਲ ਕੋਈ ਚੋਇਸ ਨਹੀਂ ਸੀ, ਹੋਰ ਕੋਈ ਆਪਸ਼ਨ ਉਹਦੇ ਕੋਲ ਨਹੀਂ ਸੀ। ਭਗਤ ਕਬੀਰ ਜੀ ਇਸ ਰਸਮ ਦੇ ਹੱਕ ਵਿੱਚ ਨਹੀਂ ਹਨ। ਉਹਨਾਂ ਨੇ ਤਾਂ ਬਾਣੀ ਵਿੱਚ ਸ਼ਬਦ ਕਿਹਾ, ਬੇਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਉਹ ਕਹਿੰਦੇ ਨੇ ਅਸਲ ਸਤੀ ਤੇ ਉਹ ਹੈ ਜਿਹਦੇ ਪੱਲੇ ਸਤ ਹੈ, ਜਿਹਦਾ ਆਚਰਣ ਉੱਚਾ ਹੈ, ਜਿਸ ਦਾ ਵਿਹਾਰ ਪਾਵਨ ਹੈ, ਜਿਸ ਦੀ ਸੁਰਤ ਉੱਚੀ ਹੈ, ਜਿਸ ਅੰਦਰ ਵਿਵੇਕ ਹੈ। ਅੱਗ 'ਚ ਸੜਨ ਨਾਲ ਕੋਈ ਸਤੀ ਨਹੀਂ ਹੁੰਦਾ। ਇਹ ਤੇ ਰਸਮ ਹੈ ਤੇ ਇਹ ਕੁਝ ਜ਼ੋਰਾਵਰ ਲੋਕਾਂ ਨੇ ਰਸਮ ਬਣਾਈ ਤੇ ਬਾਕੀਆਂ ਨੂੰ ਮੰਨਣੀ ਪਈ, ਮਜਬੂਰੀ ਸੀ। ਸਮਾਜ ਦੀ ਬੰਦਿਸ਼ ਬਣ ਜਾਏ ਜਦੋਂ ਕੋਈ ਚੀਜ਼, ਬਹੁ ਗਿਣਤੀ ਉਹਨੂੰ ਸਿਰ ਸੁੱਟ ਕੇ ਮੰਨ ਲੈਂਦੀ, ਕੋਈ ਉਜਰ ਨਹੀਂ ਕਰਦਾ। ਮਰਨ ਵਾਲੇ ਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਮਰਨਾ ਚਾਹੁੰਦਾ ਹੈ ਕਿ ਨਹੀਂ ਮਰਨਾ ਚਾਹੁੰਦਾ, ਉਹਨੂੰ ਤਾਂ ਰਸਮ ਦੀ ਪੂਰਤੀ ਲਈ ਉਸ ਚਿਖਾ ਵਿੱਚ ਜਿਉਂਦਿਆਂ ਹੀ ਛਾਲ ਮਾਰਨੀ ਪਏਗੀ, ਨਹੀਂ ਤਾਂ ਅਗਲੇ ਧੱਕੇ ਨਾਲ ਸੁੱਟ ਦੇਣਗੇ। ਤਾਂ ਉਹਦੀ ਤਾਂ ਕਿਸੇ ਨੇ ਮਰਜ਼ੀ ਪੁੱਛੀ ਹੀ ਨਹੀਂ, ਉਸ ਨੂੰ ਪੁੱਛ ਕੇ ਕਿਸੇ ਨੇ ਰਸਮ ਬਣਾਈ ਨਹੀਂ। ਰਸਮ ਬਣਾਉਣ ਵਾਲਿਆਂ ਬਣਾਈ ਤੇ ਉਸ ਨੂੰ ਚਲਾਇਆ, ਮਗਰ ਲੋਕਾਂ ਨੂੰ ਸਿਰ ਸੁੱਟ ਕੇ ਉਹਦੇ ਮਗਰ ਤੁਰਨਾ ਪਿਆ। ਜਦੋਂ ਇਹ ਆਪਸ਼ਨ ਕਾਨੂੰਨ ਦੇ ਰਾਹੀਂ ਤੋੜ ਦਿੱਤੀ ਗਈ, ਫਿਰ ਕੋਈ ਨਹੀਂ ਸਤੀ ਹੋਈ। ਫਿਰ ਕਿਸੇ ਔਰਤ ਨੇ ਨਹੀਂ ਆਖਿਆ ਮੈਂ ਮਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਸਾਡੀ ਰਖਵਾਲੀ ਕਰਨ ਵਾਸਤੇ ਕਾਨੂੰਨ ਹੈ। ਜਿਹੜੇ ਵਿਕਸਿਤ, ਜਿਹੜੇ ਲੋਕ ਦੂਜੇ ਧਰਮਾਂ ਵਾਲੇ, ਕਲਚਰਾਂ ਵਾਲੇ, ਸੱਭਿਆਚਾਰਾਂ ਵਾਲੇ ਸਨ, ਉਹਨਾਂ ਨੇ ਇਸ ਨੂੰ ਨਜਾਇਜ਼ ਕਰਾਰ ਦਿੱਤਾ, ਤਾਂ ਕਿਸੇ ਨੇ ਐਸੀ ਹਰਕਤ ਵੀ ਨਹੀਂ ਕੀਤੀ। ਤੋ ਉਦਾਹਰਣ ਭਗਤ ਕਬੀਰ ਜੀ ਨੇ ਦਿੱਤੀ ਹੈ, ਕਿਉਂਕਿ ਇਹ ਸਮਾਜ ਵਿੱਚ ਪ੍ਰਚਲਿਤ ਸੀ, ਇਹਦੇ ਹੱਕ ਵਿੱਚ ਨਹੀਂ ਹਨ। ਉਹਨਾਂ ਨੇ ਤਾਂ ਸਤੀ, ਸਤ ਧਾਰਨ ਕਰਨ ਵਾਲੀ ਨੂੰ ਮੰਨਿਆ, ਉੱਚੇ ਆਚਰਣ ਵਾਲੀ ਨੂੰ ਮੰਨਿਆ, ਨਾ ਕਿ ਅੱਗ 'ਚ ਜਿਉਂਦਿਆਂ ਸੜ ਕੇ ਮਰਨ ਵਾਲੀ ਨੂੰ ਮੰਨਿਆ। ਪਰ ਉਦਾਹਰਣ ਹੈ, ਕਿਉਂਕਿ ਜਿਹੜੀ ਚੀਜ਼ ਪ੍ਰਚਲਿਤ ਹੋਵੇ ਉਹਦੀ ਉਦਾਹਰਣ ਦਿੱਤੀ ਜਾਂਦੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਅਬ ਤੋਂ ਹੁਣ ਤਾਂ ਜਰੇ ਸੜ ਕੇ ਮਰੇ, ਮਰ ਕੇ ਸਿੱਧ ਪਾਈ ਹੈ, ਸਫਲਤਾ ਮਿਲੇਗੀ, ਸਤੀ ਦਾ ਦਰਜਾ ਮਿਲੇਗਾ। ਲੀਨੋ ਹਾਥ ਸੰਧੌਰਾ, ਜਦੋਂ ਹੱਥ 'ਚ ਸੰਧੌਰਾ ਹੀ ਫੜ ਲਿਆ, ਕਮਿਟਮੈਂਟ ਕਰ ਲਈ। ਇਹਦਾ ਭਾਵ ਹੈ ਜਦੋਂ ਹੁਣ ਪ੍ਰਣ ਹੀ ਕਰ ਲਿਆ ਵੀ ਹੁਣ ਪਰਮੇਸ਼ਰ ਦੇ ਰਾਹ ਦੇ ਉੱਤੇ ਹੀ ਤੁਰਨਾ ਹੈ, ਤੇ ਹੁਣ ਫਿਰ ਇਸ ਰਾਹ ਦੇ ਉੱਤੇ ਸੰਘਰਸ਼ ਕਰਕੇ ਹੀ ਸਫਲਤਾ ਪ੍ਰਾਪਤ ਹੋਏਗੀ। ਹੁਣ ਪਿੱਛੇ ਪਰਤਣ ਦਾ ਕੋਈ ਮਾਰਗ ਨਹੀਂ ਹੈ, ਨਹੀਂ ਤਾਂ ਉਹ ਹੀ ਨਰਕ ਹੋਏਗਾ ਜਿਸ ਵਿੱਚੋਂ ਆਪਾਂ ਨਿਕਲ ਕੇ ਆਏ, ਨਹੀਂ ਤਾਂ ਉਹੀ ਵਿਸ਼ੇ ਵਿਕਾਰਾਂ ਦੀ ਮੈਲੀ ਜ਼ਿੰਦਗੀ ਹੋਏਗੀ ਜਿਹੜੀ ਆਪਾਂ ਜੀ ਕੇ ਵੇਖ ਲਈ। ਉਸ ਜੀਵਨ ਦਾ ਸਵਾਦ ਆਪਾਂ ਮਾਣ ਲਿਆ, ਉਹਦੀਆਂ ਪਰੇਸ਼ਾਨੀਆਂ ਤੋਂ, ਉਹਦੀਆਂ ਉਲਝਣਾਂ ਤੋਂ ਬਚਣ ਵਾਸਤੇ ਆਪਾਂ ਰੱਬ ਦੇ ਰਾਹ ਤੇ ਤੁਰੇ।
ਤੇ ਜੇ ਅਸੀਂ ਹੁਣ ਇੱਥੇ ਆਪਣੀ ਕਮਿਟਮੈਂਟ ਪੂਰੀ ਨਾ ਕੀਤੀ ਤੇ ਉਹ ਤੇ ਨਰਕ ਫਿਰ ਹੈ ਹੀ ਹੈ। ਹੁਣ ਜੀਣਾ ਤੇ ਵਾਹਿਗੁਰੂ ਦੇ ਨਾਮ ਦਾ ਜੀਵਨ ਹੈ, ਮੰਨਣਾ ਤੇ ਪਰਮੇਸ਼ਰ ਦੀ ਹਜ਼ੂਰੀ ਨੂੰ ਹੈ, ਜੀਣਾ ਤੇ ਅੰਤਰ-ਆਤਮੇ ਵਿਵੇਕ ਦੇ ਚਾਨਣ ਵਿੱਚ ਹੈ। ਤੇ ਇਸ ਤੋਂ ਖਿਸਕੇ ਨਹੀਂ ਤੇ ਅਗਿਆਨਤਾ ਦੀ ਉਸੇ ਖੱਡ ਵਿੱਚ ਜਾ ਕੇ ਫਿਰ ਦੁਬਾਰਾ ਡਿੱਗਣਾ ਪਏਗਾ। ਤਾਂ ਮਨ ਨੂੰ ਸਮਝਾਉਂਦੇ ਨੇ, ਮਨਾ ਹੋਰ ਕੋਈ ਆਪਸ਼ਨ ਹੁਣ ਨਹੀਂ। ਹੁਣ ਤਾਂ ਸਿੱਧ ਸਫਲਤਾ ਜਿਹੜੀ ਹੈ ਉਹ ਇਸੇ ਗੱਲ ਵਿੱਚ ਹੈ ਵੀ ਤੂੰ ਆਪਣੀ ਕਮਿਟਮੈਂਟ ਪੂਰੀ ਕਰ, ਆਪਣਾ ਵਾਅਦਾ ਪੂਰਾ ਕਰ। ਜਿਸ ਮਾਰਗ ਉੱਤੇ ਤੂੰ ਪੈਰ ਧਰਿਆ, ਇਸ ਮਾਰਗ ਦੇ ਉੱਤੇ ਹੁਣ ਤੂੰ ਅਗੇਰੇ ਨੂੰ ਤੋਰ। ਹੁਣ ਪਿਛਾਂਹ ਨਾ ਪਰਤ, ਕਨਫਿਊਜ਼ ਨਾ ਹੋ, ਸ਼ੰਕਾਗ੍ਰਸਤ ਨਾ ਹੋ, ਦੁਬਿਧਾ ਵਿੱਚ ਨਾ ਪੈ ਤੇ ਆਪਣੇ ਮਨ ਦੇ ਅੰਦਰ ਦੀ ਨੈਗੇਟਿਵਿਟੀ ਜਿਹੜੀ ਅੰਦਰ ਬੁਰੇ ਖਿਆਲਾਂ ਦਾ ਜਿਹੜਾ ਹੁਣ ਸਿਰ ਪ੍ਰਭਾਵ ਜਿਹੜਾ ਸਿਰ ਚੁੱਕਦਾ, ਇਸ ਨੂੰ ਦਰਕਿਨਾਰ ਕਰ, ਇਸ ਨੂੰ ਅਣਗੌਲਿਆਂ ਤੇ ਅਣਡਿੱਠਿਆਂ ਕਰ ਤੇ ਅੱਗੇ ਵਧ। ਤੋ ਉਹਨਾਂ ਨੇ ਉਦਾਹਰਣ ਦਿੱਤੀ ਹੈ, ਫਰਮਾਉਂਦੇ ਹਨ, ਮਨ ਰੇ ਛੱਡੋ ਭਰਮ। ਭਰਮ ਦਾ ਅਰਥ ਹੈ ਭਟਕਣਾ, ਹੋਰ ਪਾਸੇ ਦੀ ਝਾਕ ਰੱਖਣ ਨੂੰ ਆਪਾਂ ਭਟਕਣਾ ਕਹਿੰਦੇ। ਜਿਸ ਮਾਰਗ ਉੱਤੇ ਮੈਂ ਤੁਰ ਰਿਹਾ ਉਹਦੇ ਤੋਂ ਇਲਾਵਾ ਆਸੇ ਪਾਸੇ ਵੀ ਜਿਹੜਾ ਖਿਆਲ ਜਾਵੇ ਵੀ ਸ਼ਾਇਦ ਇੱਧਰ ਤੇ ਕੋਈ ਗੱਲ ਨਹੀਂ, ਉੱਧਰ ਤਾਂ ਕੋਈ ਗੱਲ ਨਹੀਂ, ਉਹ ਜਿਹੜੀ ਭਟਕਣਾ ਹੈ ਉਹ ਮਨੁੱਖ ਦੇ ਸਫ਼ਰ ਨੂੰ ਔਖਿਆਂ ਕਰ ਦਿੰਦੀ। ਬੇਗਾਨੀ ਝਾਕ ਇਹਨੂੰ ਆਪਾਂ ਕਹਿ ਸਕਦੇ ਹਾਂ, ਪਾਸੇ ਦੀ ਝਾਕ ਕਹਿ ਸਕਦੇ ਹਾਂ। ਉਹ ਅੰਦਰ ਕਨਫਿਊਜ਼ਨ ਪੈਦਾ ਕਰ ਦਿੰਦੀ ਹੈ, ਦੁਬਿਧਾ ਪੈਦਾ ਕਰ ਦਿੰਦੀ ਹੈ। ਤੁਰਨ ਵਾਲੇ ਦੀ ਸਪੀਡ ਤੇ ਸਫ਼ਰ ਦੋਵੇਂ ਹੀ ਪ੍ਰਭਾਵਿਤ ਹੋ ਜਾਂਦੇ, ਕਿਉਂਕਿ ਉਹਦੀ ਨੀਅਤ ਵਿੱਚ, ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਜਾਂਦੇ। ਇਸ ਲਈ ਕਿਹਾ, ਆਲੇ ਦੁਆਲੇ ਦੀ ਭਟਕਣਾ ਛੱਡ, ਮਨ ਰੇ ਛੱਡੋ ਭਰਮ। ਪ੍ਰਗਟ ਹੋਏ ਨਾਚੋ। ਪ੍ਰਗਟ ਦਾ ਮਤਲਬ ਹੈ ਜ਼ਾਹਰ ਹੋ ਕੇ, ਓਪਨਲੀ। ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ, ਇੱਕ ਸਾਡੀ ਬੋਲੀ ਦੀ ਉਦਾਹਰਣ ਹੈ ਵੀ ਖੁੱਲ ਕੇ ਨੱਚ। ਬਾਣੀ ਦੇ ਵਿੱਚ ਇੱਕ ਸ਼ਬਦ ਹੈ, ਜਬ ਨਾਚੀ ਤਬ ਘੂੰਗਟ ਕੈਸਾ, ਮਟਕੀ ਫੋਰ ਨਿਰਾਰੀ। ਇਹਦਾ ਭਾਵ ਹੈ ਨਿਚਾਕ ਹੋ ਕੇ, ਝਾਕਾ ਲਾ ਕੇ, ਅੰਦਰ ਦੀ ਸੰਗ ਛੱਡ ਕੇ। ਅੰਦਰ ਜਿਹੜਾ ਝਾਕਾ ਹੈ, ਇੱਕ ਸੰਗ ਹੈ, ਉਹਨੂੰ ਤਿਆਗ ਕੇ, ਪ੍ਰਗਟ ਹੋ ਕੇ, ਜ਼ਾਹਰ ਹੋ ਕੇ, ਖੁੱਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਉੱਤੇ ਚੱਲ। ਇਹ ਆ ਮਾਇਆ ਕੇ ਡਾਂਡੇ ਜਿਨ੍ਹਾਂ ਵਿੱਚ ਤੂੰ ਫਸ ਰਿਹਾ ਹੈ। ਇਹ ਸਾਰਾ ਕੁਝ ਕੀ ਹੈ? ਇਹ ਮਾਇਆ ਦੀਆਂ ਠੱਗੀਆਂ। ਜਿਹੜੀਆਂ ਚੀਜ਼ਾਂ ਤੇਰੇ ਅੰਦਰ ਜ਼ੋਰ ਪਾ ਰਹੀਆਂ ਨੇ, ਜਿਹੜੀਆਂ ਤੈਨੂੰ ਵਾਹਿਗੁਰੂ ਦੇ ਮਾਰਗ ਤੋਂ ਭਟਕਾ ਰਹੀ, ਇਹ ਸਭ ਮਾਇਆ ਦੀਆਂ ਠੱਗੀਆਂ ਨੇ। ਤੂੰ ਠੱਗੀਆਂ ਵਿੱਚ ਨਾ ਫਸ। ਜਿਹੜੇ ਵਿਕਾਰ ਤੈਨੂੰ ਮਿੱਠੇ ਲੱਗਦੇ ਨੇ, ਜਿਹੜੇ ਬੁਰੇ ਕਾਰਜ ਤੈਨੂੰ ਚੰਗੇ ਲੱਗਦੇ ਨੇ, ਤੈਨੂੰ ਲੱਗਦਾ ਵੀ ਇਹ ਸਹੀ ਹੈ, ਇਸ ਮਾਰਗ ਤੇ ਚੱਲਣ ਨਾਲ ਮੈਨੂੰ ਦੁਨੀਆਦਾਰੀ, ਇਹ ਸਾਰੀਆਂ ਚੀਜ਼ਾਂ ਠੱਗੀਆਂ ਨੇ, ਧੋਖਾ ਹੈ, ਜਾਲ ਹੈ। ਫਿਰ ਕਹਿੰਦੇ ਹਨ, ਸੂਰ ਕੇ ਸਨਮੁਖ ਰਨ ਤੇ ਡਰ ਪੈ। ਉਹ ਸੂਰਮਾ ਸਨਮੁਖ ਹੋ ਕੇ ਕੀ ਲੜੇਗਾ? ਉਹ ਸਿਪਾਹੀ, ਉਹ ਬਹਾਦਰ ਮੈਦਾਨੇ ਜੰਗ ਵਿੱਚ ਕੀ ਕਾਰਨਾਮਾ ਕਰੇਗਾ ਜਿਹੜਾ ਮੈਦਾਨ ਨੂੰ ਵੇਖ ਕੇ ਡਰ ਜਾਏ? ਉਹ ਕਦੇ ਸਨਮੁਖ ਹੋ ਕੇ ਬਹਾਦਰਾਂ ਵਾਂਗ ਲੜ ਨਹੀਂ ਸਕਦਾ। ਜਿਹੜਾ ਮੈਦਾਨੇ ਜੰਗ ਤੋਂ ਭੱਜਦਾ ਹੋਵੇ ਤੇ ਉਸ ਵਿੱਚ ਪੈਰ ਪਾਉਣ ਤੋਂ ਡਰਦਾ ਹੋਵੇ, ਉਹਨੂੰ ਬਹਾਦਰ, ਸੂਰਮਾ ਤੇ ਸਨਮੁਖ ਹੋ ਕੇ ਲੜਨ ਵਾਲਾ ਨਹੀਂ ਕਿਹਾ ਜਾ ਸਕਦਾ। ਬਹਾਦਰ ਦਾ ਫਰਜ਼ ਹੈ, ਸੂਰਮੇ ਦਾ ਫਰਜ਼ ਹੈ, ਉਹ ਮੈਦਾਨੇ ਜੰਗ ਵਿੱਚ ਡਟ ਜਾਏ। ਰਿਜ਼ਲਟ ਕੋਈ ਵੀ ਹੋਵੇ, ਉਹ ਆਪਣੀ ਬਹਾਦਰੀ ਦਾ, ਆਪਣੀ ਗੈਰਤ ਦਾ ਪੱਲਾ ਨਾ ਛੱਡੇ, ਪੈਰ ਪਿਛਾਂਹ ਨਾ ਪਾਏ। ਜਿੱਤ ਹੋਵੇ ਚਾਹੇ ਹਾਰ ਹੋਵੇ। ਇਸੇ ਲਈ ਦੁਨੀਆ ਦੀਆਂ ਜੰਗਾਂ ਅੰਦਰ ਹਾਰੀ ਹੋਈ ਧਿਰ ਦੇ ਮਹਾਨ ਸੂਰਬੀਰਾਂ ਦੇ ਵੀ ਦੁਨੀਆ ਨੇ ਸੋਲੇ ਗਾਏ। ਕਿਉਂ ਗਾਏ? ਭਾਵੇਂ ਉਹ ਜੰਗ ਹਾਰ ਗਏ, ਪਰ ਲੋਕਾਂ ਨੇ ਆਖਿਆ ਵੀ ਜੋ ਸਿਦਕ ਨਾਲ ਉਹ ਬੰਦੇ ਲੜੇ, ਜਿੰਨੀ ਦਲੇਰੀ ਦੇ ਨਾਲ ਉਹਨਾਂ ਬੰਦਿਆਂ ਨੇ ਮੁਸ਼ਕਲ ਦਾ ਤੇ ਮੌਤ ਦਾ ਸਾਹਮਣਾ ਕੀਤਾ, ਉਹ ਆਪਣੇ ਅਕੀਦੇ ਤੋਂ ਡੋਲੇ ਨਹੀਂ। ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਬੰਦਿਆਂ ਨੇ ਪੂਰੀ ਆਪਣੀ ਵਾਹ ਲਾ ਕੇ ਉਸ ਮੈਦਾਨੇ ਜੰਗ ਵਿੱਚ ਗਏ ਗਚਮੀ ਪੈਰ ਗੱਡ ਕੇ ਲੜਾਈ ਲੜੀ। ਉਹਨਾਂ ਈਨ ਨਹੀਂ ਮੰਨੀ, ਉਹ ਭੱਜੇ ਨਹੀਂ, ਉਹ ਲੁਕੇ ਨਹੀਂ,
ਉਹਨਾਂ ਦੀ ਇਸ ਬਹਾਦਰੀ ਨੂੰ ਦੁਨੀਆ ਨੇ ਸਲਾਹਿਆ, ਭਾਵੇਂ ਉਹਨਾਂ ਦੀ ਧਿਰ ਜੰਗ ਹਾਰ ਹੀ ਕਿਉਂ ਨਾ ਗਈ। ਕਿਉਂਕਿ ਹਾਰ ਤੇ ਜਿੱਤ ਇਹ ਤੇ ਪਹਿਲੂ ਨੇ ਦੋਵੇਂ, ਇੱਕ ਧਿਰ ਨੇ ਜਿੱਤਣਾ ਹੁੰਦਾ, ਇੱਕ ਨੇ ਹਾਰਨਾ ਹੁੰਦਾ। ਪਰ ਸਵਾਲ ਇਹ ਹੁੰਦਾ ਵੀ ਉਸ ਮੈਦਾਨ ਦੇ ਅੰਦਰ ਅਕੀਦਾ ਕਿਹਦਾ ਸਹੀ ਸੀ ਤੇ ਕਿਸ ਨੇ ਆਪਣੀ ਸੂਰਮਤਾਈ ਦਾ ਮੁਜ਼ਾਹਰਾ ਤੇ ਪ੍ਰਗਟਾਵਾ ਕੀਤਾ। ਉਸ ਨੂੰ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ। ਉਹ ਕਾਦੀ ਸਤੀ ਹੈ ਜਿਹੜੀ ਹੱਥ ਸੰਧੌਰਾ ਫੜ ਕੇ ਆਖੇ ਕਿ 2-4 ਮਿੰਟ ਮੈਨੂੰ ਦਿਓ, ਮੈਂ ਘਰ ਦੇ ਭਾਂਡੇ ਸਾਂਭਾਵਾਂ। ਜਦੋਂ ਮਰਨਾ ਹੀ ਹੈ ਤੂੰ ਤੇ ਭਾਂਡਿਆਂ ਦਾ ਕੀ ਅਰਥ ਹੈ। ਉਹ ਭਾਂਡੇ ਇਕੱਠੇ ਕਰਨ ਲੱਗ ਪਏ, ਚੌਂਕਾ ਚੁੱਲ੍ਹਾ ਸਵਾਰਨ ਲੱਗ ਪਏ, ਬਹੁ ਭਾਰੀ ਕਰਨ ਲੱਗ ਪਏ। ਉਹਨੂੰ ਕੀ ਲੱਗੇ ਜੇ ਉਹ ਭਾਂਡੇ ਸਾਂਭ ਵੀ ਜਾਏਗੀ ਤੇ ਜਦੋਂ ਉਹਨੇ ਚਿਖਾ ਵਿੱਚ ਸਾੜੀ ਜਾਣਾ ਤੇ ਮਗਰੋਂ ਜੋ ਮਰਜ਼ੀ ਹੁੰਦਾ ਰਹੇ। ਉਹ ਪਿੱਛੇ ਧਿਆਨ ਕਰਨ ਵਾਲੀ ਜਿਹੜੀ ਹੈ ਉਹ ਚਿਖਾ ਤੇ ਨਹੀਂ ਚੜ ਸਕਦੀ। ਉਹਨੂੰ ਜ਼ਬਰਦਸਤੀ ਤੇ ਭਾਵੇਂ ਕੋਈ ਸੁੱਟ ਦੇਵੇ। ਇਹਦਾ ਭਾਵ ਹੈ, ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਵਿਸ਼ੇ ਵਿਕਾਰਾਂ ਤੇ ਗੁਣਾਂ ਦੇ ਸਰਣ ਤੱਤੇ ਦੇ ਅੰਦਰ ਪੈਰ ਗੱਡ ਕੇ ਲੜ ਤੇ ਉੱਚਾ ਮਰਾਤਬਾ ਪਾਉਣ ਵਾਸਤੇ ਹੁਣ ਪਿੱਛੇ ਦਾ ਧਿਆਨ ਤਿਆਗ ਦੇ। ਉਹ ਅੱਗੇ ਜਾ ਕੇ ਫਰਮਾਉਂਦੇ ਨੇ, ਕਾਮ ਕ੍ਰੋਧ ਮਾਇਆ ਕੇ ਲੀਨੇ ਯਾ ਬਿਦ ਜਗਤ ਬਿਗੂਤਾ। ਕੋਈ ਜੀਵ ਕਾਮ ਵਿੱਚ ਲੀਨ ਹੈ, ਕੋਈ ਕ੍ਰੋਧ ਵਿੱਚ ਲੀਨ ਹੈ, ਕੋਈ ਮਾਇਆ ਦੀ ਕਿਸੇ ਤਰੰਗ ਦਾ ਸ਼ਿਕਾਰ ਹੋਏ। ਮਾਇਆ ਦੀਆਂ ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ। ਤਰੰਗ ਦਾ ਮਤਲਬ ਹੁੰਦਾ ਵੇਵਸ ਪੈਦਾ ਹੁੰਦੀਆਂ ਨੇ ਮਨ ਅੰਦਰ, ਵੱਖਰੇ ਵੱਖਰੇ ਸੰਕਲਪਾਂ, ਵੱਖਰੇ ਵੱਖਰੇ ਫੁਰਨੇ ਭੈੜੇ ਜਦੋਂ ਅੰਦਰ ਉੱਠਦੇ ਨੇ, ਕਈ ਤਰ੍ਹਾਂ ਦੀਆਂ ਵੇਵਸ ਜਨਮ ਲੈਂਦੀਆਂ। ਉਸ ਤਰੰਗ ਦੇ ਵਹਿਣ ਵਿੱਚ ਬੰਦਾ ਵਹਿ ਜਾਂਦਾ ਤੇ ਕਰਮ ਕਰਦਾ। ਉਹਨੂੰ ਕਿਹਾ ਮਾਇਆ ਕੇ ਲੀਨ ਹੈ। ਮਾਇਆ ਦੀ ਕਿਸੇ ਤਰੰਗ ਵਿੱਚ ਕੋਈ ਲੀਨ ਹੈ, ਕਿਸੇ 'ਚ ਕੋਈ ਲੀਨ ਹੈ। ਯਾ ਬਿਦ ਇਸ ਵਿਧੀ ਨਾਲ, ਇਸ ਤਰੀਕੇ ਨਾਲ ਜਗਤ ਵਿਗੂਤਾ, ਸੰਸਾਰ ਜਿਹੜਾ ਉਹ ਖੁਆਰ ਹੋ ਰਿਹਾ ਹੈ, ਭਟਕ ਰਿਹਾ ਹੈ। ਕਹਿ ਕਬੀਰ ਰਾਜਾ ਰਾਮ ਨਾ ਛੋਡੋ। ਹੇ ਕਬੀਰ ਆਖ, ਮੈਂ ਉਸ ਸਰਵ ਵਿਆਪਕ ਪਰਮੇਸ਼ਰ ਰਮੇ ਹੋਏ ਵਾਹਿਗੁਰੂ ਅਕਾਲ ਪੁਰਖ ਜੋ ਸਭਨਾਂ ਦਾ ਰਾਜਾ ਹੈ, ਸਭਨਾਂ ਉੱਤੇ ਜਿਸ ਦਾ ਹੁਕਮ ਚੱਲਦਾ ਹੈ, ਮੈਂ ਉਸ ਦਾ ਨਾਮ, ਉਸ ਦਾ ਪੱਲਾ, ਉਸ ਦਾ ਦਰ ਨਹੀਂ ਛੱਡਦਾ। ਕਿਉਂ? ਸਗਲ ਊਚ ਤੇ ਉੱਚਾ। ਉਹ ਸਭਨਾਂ ਉਚਾਈਆਂ ਤੋਂ ਉੱਚਾ ਹੈ, ਉਹ ਉੱਚਿਆਂ ਤੋਂ ਉੱਚਾ ਹੈ, ਉਹ ਸਗਲ ਵਿੱਚ ਵਿਆਪਕ ਹੈ। ਉਹਦਾ ਹੁਕਮ ਹੀ ਸਾਰੀ ਕੁਦਰਤ ਉੱਤੇ ਲਾਗੂ ਹੈ ਤੇ ਉਹ ਸਰਵ ਵਿਆਪਕ ਪਰਮੇਸ਼ਰ ਹੈ। ਇਸ ਕਰਕੇ ਮੈਂ ਐਸੇ ਵੱਡੇ ਵੱਡਪਣ ਦੇ ਮਾਲਕ, ਸਰਵ ਵਿਆਪੀ ਪਰਮੇਸ਼ਰ ਵਾਹਿਗੁਰੂ ਹੁਕਮ ਦੇ ਮਾਲਕ, ਹੁਕਮੀ ਦੇ ਵਿੱਚ ਲੀਨ ਹਾਂ। ਉਸ ਦਾ ਦਰ, ਉਸ ਦੇ ਨਾਮ ਦਾ ਆਸਰਾ ਮੈਂ ਕਦੇ ਨਹੀਂ ਤਿਆਗਦਾ। ਮੈਂ ਐਸੀ ਭਟਕਣਾ ਦੇ ਵਿੱਚੋਂ ਮੁਕਤ ਹੋ ਗਿਆ ਹਾਂ ਜਿੱਥੇ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਮੇਰੇ ਜੀਵਨ ਵਿੱਚ ਹੁਣ ਨਹੀਂ ਰਿਹਾ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ, ਭੁੱਲ ਚੁੱਕ ਦੀ ਖਿਮਾ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।